ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ। ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ। ਕਰਮ ਨਾਮ ਬਰਨਤ ਸੁਮਤ। ਔਰ ਧਾਰ ਵਿਚਾਰ ਮੁਰਾਰ ਰਮੋ ਰਮ। ਮਨ ਮੋਹਨ ਨਾਮ ਜਪੀਨੇ। ਅਦ੍ਰਿਸ਼ਟ ਅਗੋਚਰ ਅਪਰੰਪਰ ਸੁਆਮੀ। ਗੁਰਪੂਰੈ ਪ੍ਰਗਟ ਕਰ ਦੀਨੇ। RAM ਪਾਰਸ ਚੰਦਨ। ਹਮ ਕਾਸ਼ਟ ਲੋਸਟ। ਹਰ ਸੰਗ ਹਰੀ ਸਤ ਸੰਗ ਭਏ। ਹਰ ਕੰਚਨ ਚੰਦਨ ਕੀਨੇ। ਨਵ ਛੇ ਖਟ ਬੋਲਹਿ ਮੁਖ ਆਗਰ। ਮੇਰਾ ਹਰ ਪ੍ਰਭ ਇਵ ਨ ਪਤੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ। ਇਉ ਹਰ ਪ੍ਰਭ ਮੇਰਾ ਪੀਨੇ। ਜਨ ਨਾਨਕ ਹਰ ਹਿਰਦੈ ਸਦ ਧਿਆਵੋ। ਇਉ ਹਰ ਪ੍ਰਭ ਮੇਰਾ ਪੀਨੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀਐ। ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ। ਸਭਨਾ ਦਾ ਵੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਓ ਵਡ ਭਾਗੀ। ਮਨ ਹੈ ਭਇਆ ਪਰਗਾਸਾ। ਕੋਇ ਨ ਪਹੁੰਚਨ ਹਾਰਾ ਦੂਜਾ। ਆਪਣੇ ਸਾਹਿਬ ਕਾ ਪਰਵਾਸਾ। ਗੁਰ ਪੂਰਾ ਭੇਟਿਓ ਵਡ ਭਾਗੀ। ਮਨ ਹੈ ਭਇਆ ਪਰਗਾਸਾ। ਕੋਇ ਨ ਪਹੁੰਚਨ ਹਾਰਾ ਦੂਜਾ। ਆਪਣੇ ਸਾਹਿਬ ਕਾ ਪਰਵਾਸਾ।
आपने सतगुर कै बलिहारै आगे सुख पाछै सुख सहजा घर आनंद हमारा रहाओ अंतर जामी करण हारा सोई खासम हमारा निरभौ भई गुर चरणी लागे एक राम नाम आधारा सफल दर्शन अकाल मूरत प्रभ है पे होवन हारा कंठ लगाए अपने जन राखे अपने प्रीत प्यारा वड्डी वड्याई अचरज शोभा कारज आया रासे नानक कौ गुर पूरा पेट्यो सागले दुख बिनासे वड्डी वड्याई अचरज शोभा कारज आया रासे नानक कौ गुर पूरा पेट्यो सगले दुख बिनासे। वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी की पवित्र पावन हजूरी च और साहिब नौवें पातशाह विराग त्याग ते अनुराग दी मूरत धन गुरु तेग बहादुर साहब जी दे पवित्र पावन चरण छो प्राप्त इतिहासक स्थान ते अमृत वेले दे सजे हुए सचखंड दीवाना च एकत्र हुई हाजरियां भर रही गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो कि अमृत वेले तो गुरु चरना च जुड़ के आप जी ने आसा जी दी वार दे शब्द कीर्तन रागी ਸਿੰਘਾਂ ਦੀ रसना तो बहुत ही अदब सत्कार सहित सरवण कीते हैं। कीर्तन तो परंत गुरुदेव की गुरबाणी की विचार सरवण करने लई गुरु चरना विच आप जी तत्पर हो के सावधान हो के जुड़ बैठे। साहिब पंचम गुरुदेव शहीदां दे सरताज सतगुरु श्री गुरु अर्जन देव साहब जी महाराज अज दे पावन हुक्मनामे दी दात सानू सारिआं नू बख्शिश कर रहे ने। आओ कुछ समय लई सुरतियां बिरतियां गुरु पातशाह दे चरनां नाल जोड़न दा यतन करिए। हाजरियां लवाओ आखो जी सतनाम श्री वाहिगुरु साहिब जी। सतनाम श्री वाहिगुरु साहिब जी। सोरठा महला पंजवा गुरपुरा पिट्यो वड भागी मन है पया परगासा। सोरठ रागणी है
ਗੁਰਦੇਵ ਨੇ ਰਾਗ ਵਜੋਂ ਵਰਤੀ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰਦੇ ਹਨ ਕਿ ਪੂਰਾ ਗੁਰੂ ਮਿਲਦਾ ਹੈ ਉਹਨਾਂ ਨੂੰ ਜਿਨ੍ਹਾਂ ਦੇ ਭਾਗ ਵੱਡੇ ਨੇ। ਜਦੋਂ ਪੂਰਾ ਗੁਰੂ ਸਤਿਗੁਰੂ ਜੀ ਸ਼ਬਦ ਵਰਤਦੇ ਨੇ, ਗੁਰ ਪੂਰਾ, ਪੂਰਾ ਗੁਰੂ, ਤਾਂ ਉਹਦੇ ਉਪਕਰਮ ਵਿੱਚ ਆਪਣੇ ਆਪ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸੰਸਾਰ ਵਿੱਚ ਅਧੂਰੇ ਗੁਰੂਆਂ ਦੇ ਵੱਗ ਵੀ ਹਨ। ਜਦੋਂ ਅਸੀਂ ਕਹਾਂਗੇ ਦਿਨ, ਤੇ ਇਹਦਾ ਮਤਲਬ ਰਾਤ ਹੈ। ਧੁੱਪ ਕਹਾਂਗੇ, ਇਹਦਾ ਮਤਲਬ ਛਾਂ ਵੀ ਹੈ। ਪਾਪ ਕਹਾਂਗੇ, ਇਹਦਾ ਮਤਲਬ ਪੁੰਨ ਵੀ ਹੈ। ਇੱਕ ਕਰਮ ਦਾ ਪ੍ਰਤੀਕਰਮ ਤਾਂ ਹੈ ਹੀ ਹੈ। ਜਦੋਂ ਸਤਿਗੁਰੂ ਜੀ ਪੂਰਾ ਗੁਰੂ ਸ਼ਬਦ ਵਰਤਦੇ ਨੇ, ਗੁਰ ਪੂਰਾ ਕਹਿੰਦੇ ਨੇ, ਇਹਦਾ ਮਤਲਬ ਅਧੂਰੇ ਗੁਰੂ ਵੀ ਨੇ ਸੰਸਾਰ 'ਚ। ਕੱਚੇ ਪਿੱਲੇ ਗੁਰੂ, ਅਧੂਰਾ ਗੁਰੂ, ਕੱਚਾ ਗੁਰੂ ਆਪਣੇ ਸੇਵਕ ਨੂੰ ਮੁਕਤ ਨਹੀਂ ਕਰ ਸਕਦਾ। ਉਹ ਆਪ ਡੁੱਬੇਗਾ ਔਰ ਆਪਣੇ ਚੇਲਿਆਂ ਨੂੰ ਵੀ ਡੁੱਬੇਗਾ। ਪੂਰਾ ਗੁਰੂ ਮਿਲਦਾ ਕਿਹਨਾਂ ਨੂੰ ਹੈ? ਤੇ ਪੰਜਵੇਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਭਾਗ ਚੰਗੇ ਨੇ, ਕਰਮ ਚੰਗੇ ਨੇ, ਉਹਨਾਂ ਨੂੰ ਪੂਰਾ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਵਿੱਚ, ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਵਿੱਚ ਸਾਨੂੰ ਪ੍ਰਾਪਤ ਹੋਏ ਨੇ, ਤਾਂ ਇਹ ਸਮਝ ਲੈਣਾ ਚਾਹੀਦਾ ਕਿ ਸਾਡੇ ਕੋਈ ਪੂਰਬਲੇ ਜਨਮਾਂ ਦੇ ਭਾਗ ਚੰਗੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਗੁਰੂ ਨੇ। ਗੁਰ ਪੂਰਾ ਭੇਟਿਓ ਵਡਭਾਗੀ। ਵਡਭਾਗੀ ਮਤਲਬ ਵੱਡਿਆਂ ਭਾਗਾਂ ਵਾਲੇ। ਜਿਨ੍ਹਾਂ ਦੇ ਭਾਗ ਵੱਡੇ ਨੇ ਉਹਨਾਂ ਨੂੰ ਪੂਰਾ ਗੁਰੂ ਮਿਲਿਆ, ਔਰ ਜਿਨ੍ਹਾਂ ਨੂੰ ਪੂਰੇ ਗੁਰੂ ਦਾ ਮੇਲ ਪ੍ਰਾਪਤ ਹੋਇਆ, ਮਨ ਹੈ ਭਇਆ ਪਰਗਾਸਾ। ਗੁਰੂ ਨੇ ਕੀ ਤਰਸ ਕੀਤਾ ਉਹਨਾਂ ਤੇ, ਆਪਣਿਆਂ ਉਹਨਾਂ ਸੇਵਕਾਂ ਦੇ ਮਨਾਂ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਮਨ ਹੈ ਭਇਆ ਪਰਗਾਸਾ, ਉਹਨਾਂ ਦੇ ਹਿਰਦਿਆਂ ਵਿੱਚ, ਉਹਨਾਂ ਦੇ ਮਨਾਂ ਵਿੱਚ ਪ੍ਰਕਾਸ਼ ਕਰ ਦਿੱਤਾ ਗਿਆਨ ਦਾ। ਇਹ ਪ੍ਰਕਾਸ਼ ਸੂਰਜ ਦੇ ਪ੍ਰਕਾਸ਼ ਜਿਹਾ ਨਹੀਂ ਹੈ। ਕਹਿਣਾ ਪੈਂਦਾ ਵੀ ਪ੍ਰਕਾਸ਼ ਸ਼ਬਦ ਵਰਤੋਂ ਕਰਨੀ ਪੈਂਦੀ ਹੈ, ਪਰ ਸੂਰਜ ਦੇ ਪ੍ਰਕਾਸ਼ ਵਰਗਾ ਪ੍ਰਕਾਸ਼ ਨਹੀਂ, ਜਾਂ ਚੰਦਰਮਾ ਦੇ ਪ੍ਰਕਾਸ਼ ਵਰਗਾ ਪ੍ਰਕਾਸ਼ ਨਹੀਂ, ਕਿਉਂਕਿ ਇਹ ਪ੍ਰਕਾਸ਼ ਸदैवी ਤੇ ਸਥਿਰ ਨਹੀਂ ਹਨ। ਸੂਰਜ ਦਾ ਪ੍ਰਕਾਸ਼ ਸ਼ਾਮ ਤੱਕ ਰਹੇਗਾ, ਮੁੜ ਕੇ ਢਲ ਜਾਏਗਾ। ਚੰਦਰਮਾ ਦਾ ਪ੍ਰਕਾਸ਼ ਜਦੋਂ ਤੱਕ ਉਹ ਵੱਧਦਾ ਉਦੋਂ ਤੱਕ ਹੈ, ਮੁੜ ਕੇ ਸਮਾਪਤ ਹੋ ਜਾਂਦਾ। ਇਹ ਸदैवी ਪ੍ਰਕਾਸ਼ ਨਹੀਂ। ਗੁਰੂ ਪਾਤਸ਼ਾਹ ਜਿਹੜਾ ਪ੍ਰਕਾਸ਼ ਆਪਣੇ ਸੇਵਕਾਂ ਦੇ ਹਿਰਦਿਆਂ ਵਿੱਚ ਕਰਦੇ ਨੇ, ਉਹ ਪ੍ਰਕਾਸ਼ ਸਤ ਹੈ ਔਰ ਸदैवी ਹੈ। ਉਹ ਪ੍ਰਕਾਸ਼ ਆ ਚਮਕ ਰਹੇ ਕਰੋੜਾਂ ਸੂਰਜਾਂ ਦੇ ਪ੍ਰਕਾਸ਼ ਨਾਲੋਂ ਕਈ ਗੁਣਾ ਵੱਧ ਹੈ। ਉਹ ਹੈ ਗਿਆਨ ਦਾ ਪ੍ਰਕਾਸ਼। ਜਦੋਂ ਮਨ ਹੈ ਸ਼ਬਦ ਦੀ ਪਾਤਸ਼ਾਹ ਵਰਤੋਂ ਕਰਦੇ ਨੇ, ਮਨ ਹੈ ਭਇਆ ਪਰਗਾਸਾ, ਤੇ ਮਨ ਹੈ ਦਾ ਮਤਲਬ ਹੈ ਵੀ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਜਦੋਂ ਮਨ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਾ ਹੈ, ਕੀ ਪਤਾ ਲੱਗਦਾ ਕਿ ਪ੍ਰਕਾਸ਼ ਹੋ ਗਿਆ? ਕਿਵੇਂ ਪਤਾ ਲੱਗੇ ਕਿ ਮਨ 'ਚ ਪ੍ਰਕਾਸ਼ ਹੋ ਗਿਆ ਗਿਆਨ ਦਾ? ਉਸ ਦਿਨ ਇਹ ਸਮਝ ਆ ਜਾਏਗੀ ਕਿ ਇਹ ਮਨ ਜੋਤ ਸਰੂਪ ਹੈ। ਇਹ ਆਪਣੇ ਆਪ ਨੂੰ ਜੀਵ ਸਮਝੀ ਬੈਠਾ ਹੈ, ਜੀਵ ਨਹੀਂ, ਇਹ ਆਤਮਾ ਸਰੂਪ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜਿਸ ਦਿਨ ਆਪਣੇ ਮੂਲ ਨੂੰ ਪਛਾਣ ਲਵੇਗਾ, ਸਮਝ ਲਓ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ। ਜਦੋਂ ਇਹਨੂੰ ਆਪਣਾ ਵਜੂਦ, ਆਪਣੀ ਹਸਤੀ, ਆਪਣੇ ਬਾਰੇ ਗਿਆਨ ਹੋ ਜਾਏ, ਮੈਂ ਕੀ ਹਾਂ, ਮੇਰਾ ਸਰੂਪ ਕੀ ਹੈ, ਔਰ ਇਹ ਗਿਆਨ ਕੇਵਲ ਗੁਰੂ ਦੁਆਰਾ ਹੁੰਦਾ। ਗੁਰੂ ਦਾ ਕਰਮ ਹੀ ਇਹ ਹੈ ਕਿ ਗੁਰੂ ਨੇ ਆਪਣੇ ਸਿੱਖ ਨੂੰ ਗਿਆਨ ਦਾ ਪ੍ਰਕਾਸ਼ ਦੇਣਾ ਔਰ ਅਗਿਆਨਤਾ ਦੇ ਹਨੇਰੇ ਦੀ ਨਿਵਰਤੀ ਕਰਨੀ ਹੈ।
ਗੁਰ ਸ਼ਬਦ ਦੇ ਅਰਥ ਹੀ ਇਹ ਨੇ, ਜਿਹੜਾ ਅਗਿਆਨਤਾ ਦਾ ਹਨੇਰਾ ਦੂਰ ਕਰਕੇ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਆ। ਤੋ ਪੂਰਾ ਗੁਰੂ ਜਦੋਂ ਵੱਡਿਆਂ ਭਾਗਾਂ ਵਾਲਿਆਂ ਨੂੰ ਮਿਲਿਆ, ਭੇਟਿਓ ਦਾ ਮਤਲਬ ਹੁੰਦਾ ਮਿਲਣਾ, ਮਿਲ ਗਏ ਤਾਂ ਫਿਰ ਉਹਨਾਂ ਦੇ ਹਿਰਦਿਆਂ ਵਿੱਚ, ਉਹਨਾਂ ਦੇ ਮਨਾਂ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ। ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਜਿਨ੍ਹਾਂ ਨੂੰ ਆਪਣੇ ਸਾਹਿਬ ਦਾ ਪ੍ਰਵਾਸਾ ਹੈ, ਆਪਣੇ ਗੁਰੂ ਦਾ ਭਰੋਸਾ ਹੈ। ਪਾਤਸ਼ਾਹ ਕਹਿੰਦੇ ਉਹਨਾਂ ਦੀ ਇਹ ਅਵਸਥਾ ਬਣ ਜਾਂਦੀ ਹੈ ਕਿ ਉਹ ਆਪਣੇ ਮਾਲਕ ਦੇ ਮਨਿੰਦ ਕਿਸੇ ਦੂਸਰੇ ਨੂੰ ਨਹੀਂ ਵੇਖਦੇ। ਉਹ ਕਹਿੰਦੇ ਮੇਰੇ ਸਤਿਗੁਰਾਂ ਦੇ ਬਰਾਬਰ ਕੋਈ ਦੂਜਾ ਪਹੁੰਚਣ ਵਾਲਾ ਨਹੀਂ ਹੈ। ਜਿਨ੍ਹਾਂ ਨੂੰ ਆਪਣੇ ਸਾਹਿਬ ਦਾ ਪ੍ਰਵਾਸਾ, ਉਹ ਕਹਿੰਦੇ ਮੇਰੇ ਸਾਹਿਬ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ, ਕੋਈ ਉਹਨਾਂ ਦੇ ਬਰਾਬਰ ਦੂਜਾ ਨਹੀਂ ਪਹੁੰਚ ਸਕਦਾ। ਲੱਖ ਕੋਈ ਅਜਮਤੀ ਹੋਵੇ, ਲੱਖ ਕਰਾਮਾਤੀ ਹੋਵੇ, ਮੇਰੇ ਗੁਰੂ ਦੇ ਬਰਾਬਰ ਕੋਈ ਨਹੀਂ ਹੋ ਸਕਦਾ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਮੇਰੇ ਗੁਰੂ ਦੇ ਬਰਾਬਰ ਕੋਈ ਦੂਸਰਾ ਨਹੀਂ ਪਹੁੰਚ ਸਕਦਾ। ਕੋਈ ਨਾ ਪਹੁੰਚਨ ਹਾਰਾ ਦੂਜਾ। ਇਹ ਅਵਸਥਾ ਕਿਹਨਾਂ ਦੀ ਹੈ? ਕਿਹੜੇ ਇਸ ਤਰ੍ਹਾਂ ਮੰਨਦੇ ਹੈ? ਜਿਨ੍ਹਾਂ ਨੂੰ ਆਪਣੇ ਸਾਹਿਬ ਦਾ ਪ੍ਰਵਾਸਾ, ਆਪਣੇ ਸਾਹਿਬ ਕਾ ਪ੍ਰਵਾਸਾ, ਜਿਨ੍ਹਾਂ ਨੂੰ ਆਪਣੇ ਮਾਲਕ ਤੇ ਭਰੋਸਾ ਹੈ, ਆਪਣੇ ਗੁਰੂ ਤੇ ਭਰੋਸਾ ਹੈ। ਉਹ ਇਹ ਜਾਣ ਲੈਂਦੇ ਹਨ ਕਿ ਮੇਰੇ ਗੁਰੂ ਦੇ ਮਨਿੰਦ ਕੋਈ ਦੂਸਰਾ ਪਹੁੰਚਣ ਵਾਲਾ ਨਹੀਂ। ਆਪਣੇ ਸਤਿਗੁਰ ਕੈ ਬਲਿਹਾਰੈ, ਮੈਂ ਆਪਣੇ ਐਸੇ ਸਤਿਗੁਰਾਂ ਤੋਂ ਬਲਿਹਾਰ ਜਾਵਾਂ, ਆਪਣੇ ਐਸੇ ਸਤਿਗੁਰਾਂ ਤੋਂ ਵਾਰੇ-ਵਾਰੇ ਜਾਵਾਂ। ਧੰਨ ਗੁਰੂ ਰਾਮਦਾਸ ਜੀ, ਮੈਂ ਤੁਹਾਡੇ ਤੋਂ ਵਾਰੇ ਜਾਵਾਂ। ਪੰਜਵੇਂ ਪਾਤਸ਼ਾਹ ਦੇ ਗੁਰੂ ਗੁਰੂ ਰਾਮਦਾਸ ਸਾਹਿਬ ਨੇ ਕਹਿੰਦੇ, ਹੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ, ਮੈਂ ਆਪਣੇ ਸਤਿਗੁਰਾਂ ਤੋਂ, ਤੁਹਾਡੇ ਤੋਂ ਬਲਿਹਾਰ ਜਾਵਾਂ, ਤੁਹਾਡੇ ਤੋਂ ਵਾਰੇ-ਵਾਰੇ ਜਾਵਾਂ। ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰਾ। ਮੇਰੇ ਗੁਰੂ ਨੇ ਮੈਨੂੰ ਅੱਗੇ ਦਾ ਸੁਖ ਬਖਸ਼ ਦਿੱਤਾ। ਆਗੈ ਸੁਖ, ਆਗੈ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ। ਯਾਨੀ ਕਿ ਦੋਵੇਂ ਜਹਾਨ ਸਫਲੇ ਕਰ ਦਿੱਤੇ ਮੇਰੇ ਗੁਰੂ ਨੇ। ਅੱਗੇ ਦਾ ਸੁਖ ਦੇ ਦਿੱਤਾ, ਪਾਛੈ ਸੁਖ ਸਹਿਜਾ। ਪਾਛੈ ਮਤਲਬ ਆ ਇੱਥੇ ਲੋਕ ਵਿੱਚ, ਸਹਿਜ ਦਾ ਸੁਖ, ਗਿਆਨ ਦਾ ਸੁਖ ਬਖਸ਼ ਦਿੱਤਾ ਹੈ। ਸੁਖ ਸਹਿਜਾ ਦਾ ਅਰਥ ਕਰਾਂਗੇ ਗਿਆਨ ਦਾ ਸੁਖ। ਜਿੱਥੇ ਗਿਆਨ ਹੈ ਉੱਥੇ ਸੁਖ ਹੈ, ਜਿੱਥੇ ਅਗਿਆਨ ਹੈ ਉੱਥੇ ਦੁੱਖ ਹੈ। ਦੁੱਖ ਦਾ ਕਾਰਨ ਹੈ ਅਗਿਆਨ, ਔਰ ਆਤਮਿਕ ਸੁਖ ਦੀ ਪ੍ਰਾਪਤੀ ਦਾ ਸਾਧਨ ਹੈ ਗਿਆਨ। ਤੋ ਗੁਰੂ ਨੇ ਇੱਥੇ ਇਸ ਮਾਤ ਲੋਕ ਦੀ ਧਰਤੀ ਤੇ ਸਹਿਜ ਸੁਖ ਬਖਸ਼ ਦਿੱਤਾ ਹੈ ਗਿਆਨ ਦਾ। ਘਰ ਆਨੰਦ ਹਮਾਰਾ, ਮੇਰੇ ਹਿਰਦੇ ਰੂਪੀ ਘਰ ਵਿੱਚ ਆਨੰਦ ਹੀ ਆਨੰਦ ਬਣ ਗਿਆ। ਹਿਰਦੇ ਰੂਪੀ ਘਰ ਵਿੱਚ ਆਨੰਦ ਹੀ ਆਨੰਦ ਹੈ। ਰਹਾਉ ਅੰਤਰ ਜਾਮੀ ਕਰਣ ਹਾਰਾ, ਸੋਈ ਖਸਮ ਹਮਾਰਾ। ਮੇਰਾ ਮਾਲਕ ਅੰਤਰਜਾਮੀ ਹੈ, ਸਭ ਦਿਆਂ ਦਿਲਾਂ ਦੀਆਂ ਬੁੱਝਦਾ ਤੇ ਜਾਣਦਾ। ਅੰਤਰਜਾਮੀ ਕਰਣ ਹਾਰਾ, ਉਹ ਕਰਨ ਕਰਾਵਣਹਾਰ ਹੈ, ਸਭ ਦੇ ਦਿਲਾਂ ਦੀਆਂ ਬੁੱਝਣ ਵਾਲਾ ਅੰਤਰਜਾਮੀ ਹੈ ਔਰ ਕਰਨ ਕਰਾਵਣਹਾਰ ਹੈ। ਸੋਈ ਖਸਮ ਹਮਾਰਾ,
ਉਹ ਸਾਡਾ ਖਸਮ ਹੈ, ਉਹ ਸਾਡਾ ਸੁਆਮੀ ਹੈ, ਉਹ ਸਾਡਾ ਮਾਲਕ ਹੈ। ਹਾਂਜੀ, ਨਿਰਭਉ ਭਈ ਗੁਰ ਚਰਣੀ ਲਾਗੇ, ਇਕ RAM ਨਾਮ ਆਧਾਰਾ। ਕਹਿੰਦੇ ਨਿਰਭਉ ਹੋ ਗਏ ਹਾਂ ਆਪਣੇ ਗੁਰੂ ਦੇ ਚਰਨੀ ਲੱਗ ਕੇ। ਨਿਰਭਉ ਯਾਨੀ ਕਿ ਹੁਣ ਕਿਸੇ ਪ੍ਰਕਾਰ ਦਾ ਭਉ ਤੇ ਖੌਫ ਨਹੀਂ ਰਿਹਾ। ਇੱਕ RAM ਨਾਮ ਆਧਾਰਾ, ਇੱਕ RAM ਦੇ ਨਾਮ ਦਾ ਆਸਰਾ ਹੈ ਹਿਰਦੇ ਨੂੰ। ਖਾਲਸਾ ਜੀ, ਦੁਨੀਆ ਦੇ ਸਾਰੇ ਆਸਰੇ ਬਿਨਸਣੇ ਵਾਲੇ ਹਨ, ਸਥਿਰ ਨਹੀਂ ਹਨ। ਪਰਮੇਸ਼ਰ ਦੇ ਨਾਮ ਦਾ ਆਸਰਾ ਸदैवी ਔਰ ਸਥਿਰ ਹੈ। ਜਦੋਂ ਕੋਈ ਨਾਲ ਨਹੀਂ ਨਿਭਦਾ, ਸਭ ਛੱਡ ਜਾਂਦੇ ਨੇ, ਉਦੋਂ ਇੱਕ ਅਕਾਲ ਪੁਰਖ ਦਾ ਨਾਮ ਹੀ ਨਾਲ ਸੰਗੀ ਹੋ ਕੇ ਨਿਭਦਾ ਹੈ। ਛੱਡ ਖੜੋਤੇ ਖਿਨੈ ਮਾਹੇ, ਜਿਨ ਸਿਉ ਲੱਗਾ ਹੇਤ, ਜਿਤ ਦਿਨ ਦੇਹ ਬਿਨਸਸੀ, ਤਿਤ ਵੇਲੇ ਕਹਿਸਨ ਪ੍ਰੇਤ। ਉਸ ਵਕਤ ਜੇ ਕਿਸੇ ਨੇ ਆਸਰਾ ਬਣਨਾ ਤਾਂ ਪਰਮੇਸ਼ਰ ਦਾ ਨਾਮ, ਇੱਕ RAM ਦੇ ਨਾਮ ਦਾ ਆਧਾਰ ਹੀ ਹੈ ਮੇਰੇ ਹਿਰਦੇ ਵਿੱਚ। ਔਰ ਗੁਰੂ ਦੇ ਚਰਨਾਂ ਨਾਲ ਲੱਗ ਕੇ ਮੈਂ ਨਿਰਭਉ ਹੋ ਗਿਆ, ਨਿਡਰ ਹੋ ਗਿਆ ਹਾਂ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਭੀ ਹੋਵਨ ਹਾਰਾ। ਮੇਰੇ ਸਾਹਿਬ ਦੇ ਦਰਸ਼ਨ ਸਫਲ ਨੇ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ। ਪ੍ਰਭੂ ਦੀ ਜਿਹੜੀ ਮੂਰਤੀ ਅਕਾਲ ਹੈ, ਕਾਲ ਤੋਂ ਰਹਿਤ ਹੈ। ਉਹਦੀ ਹਸਤੀ, ਉਹਦਾ ਵਜੂਦ ਸदैवी ਰਹਿਣ ਵਾਲਾ ਹੈ। ਔਰ ਉਸ ਪ੍ਰਭੂ ਦੇ ਦਰਸ਼ਨ ਸਫਲ ਦਰਸ਼ਨ ਨੇ। ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਦੇ ਦਰਸ਼ਨ ਕਰ ਲਓ, ਦੇਖੋ ਜੀ ਇਹਦੇ ਦਰਸ਼ਨ ਕਰਕੇ ਸਾਨੂੰ ਸਭ ਕੁਝ ਮਿਲ ਗਿਆ, ਅਸੀਂ ਨਹੀਂ ਕਹਿ ਸਕਦੇ। ਕਈ ਵਾਰ ਤੁਸੀਂ ਕਿਸੇ ਵਿਅਕਤੀ ਵਿਸ਼ੇਸ਼ ਕੋਲੋਂ ਗਏ ਹੋਵੋ ਆਪਣੇ ਮਨ 'ਚ ਕੋਈ ਇੱਛਾ ਲੈ ਕੇ ਕਿ ਫਲਾਣੇ ਬੰਦੇ ਨੂੰ ਇਹ ਗੱਲ ਕਹਾਂਗੇ, ਪਰ ਉੱਥੋਂ ਨਿਰਾਸ਼ਾ ਖੱਟ ਕੇ ਵਾਪਸ ਆਉਣਾ ਪੈਂਦਾ ਨਾ, ਉਹ ਅੱਗੋਂ ਇਨਕਾਰ ਕਰ ਦਿੰਦਾ। ਦੁਨੀਆ ਦੇ ਕਿਸੇ ਵਿਅਕਤੀ ਦੇ ਦਰਸ਼ਨ ਸਫਲ ਦਰਸ਼ਨ ਨਹੀਂ, ਕਿਉਂਕਿ ਉਹਨਾਂ ਦੀਆਂ ਮੂਰਤੀਆਂ ਬਿਨਸਣ ਵਾਲੀਆਂ ਨੇ। ਪਰਮੇਸ਼ਰ ਦੀ ਮੂਰਤ ਐਸੀ ਮੂਰਤ ਹੈ ਜਿਹੜੀ ਸਤ ਹੈ, ਸदैवी ਹੈ, ਅਕਾਲ ਹੈ। ਉਹਦੇ ਦਰਸ਼ਨ ਵੀ ਸਫਲ ਨੇ, ਜਿਸ ਦੇ ਦਰਸ਼ਨ ਕਰਕੇ ਅਸੀਂ ਕਹਿ ਸਕਦੇ ਹਾਂ ਮਹਾਰਾਜ ਹੋਰ ਕੁਝ ਕਾਂਖਾ ਰਹੀ ਨਹੀਂ, ਹੋਰ ਕੋਈ ਇੱਛਾ ਰਹੀ ਨਹੀਂ। ਸਫਲ ਦਰਸ਼ਨ। ਮੇਰਾ ਪ੍ਰਭੂ ਪਹਿਲਾਂ ਵੀ ਸੀ। ਜਿਹੜਾ ਪ੍ਰਭ ਸ਼ਬਦ ਹੈ ਇਹ ਦਿੱਲੀ ਦੀਪਕ ਨਿਆਏ ਦੀ ਵਰਤੋਂ ਦੇ ਦੁਆਰਾ ਪਹਿਲਾਂ ਵੀ ਜੁੜੇਗਾ। ਸਫਲ ਮੂਰਤ ਅਕਾਲ ਮੂਰਤ ਪ੍ਰਭ, ਵਿਸ਼ਰਾਮ ਇੱਥੇ ਹੀ ਲੱਗੇਗਾ। ਪਰ ਅੱਗੇ ਵੀ ਇਹਦਾ ਅਰਥ ਨਾਲ ਸਪਸ਼ਟ ਹੋਵੇਗਾ ਕਿ ਪ੍ਰਭੂ ਹੁਣ ਵੀ ਹੈ, ਵੀ ਪਹਿਲਾਂ ਵੀ ਸੀ, ਹੋਵਣ ਹਾਰਾ, ਆਉਣ ਵਾਲੇ ਸਮੇਂ ਵਿੱਚ ਵੀ ਉਹੀ ਹੋਣ ਵਾਲਾ, ਉਹੀ ਰਹੇਗਾ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਤ੍ਰਈ ਕਾਲ ਸੱਚ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਆਪਣੀ ਪ੍ਰੀਤ ਤੇ ਆਪਣਾ ਪਿਆਰ ਬਖਸ਼ ਕੇ ਆਪਣੇ ਜਨਾਂ ਨੂੰ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪਣੇ ਕੰਠ ਨਾਲ, ਆਪਣੇ ਗਲ ਨਾਲ ਲਾ ਕੇ ਰੱਖਦਾ। ਆਪਣੇ ਕੰਠ ਨਾਲ ਕਿਵੇਂ ਲਾ ਕੇ ਰੱਖਦਾ? ਆਪਣੀ ਪ੍ਰੀਤ ਬਖਸ਼ ਕੇ, ਆਪਣਾ ਪਿਆਰ ਬਖਸ਼ ਕੇ। ਉਹ ਸदैवी ਆਪਣੇ ਸੇਵਕਾਂ ਨੂੰ ਆਪਣੇ ਕੰਠ ਨਾਲ, ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੀ। ਮੇਰੇ ਸਾਹਿਬ ਦੀ ਵਡਿਆਈ ਵੱਡੀ ਹੈ। ਵੱਡੀ ਵਡਿਆਈ ਅਚਰਜ ਸੋਭਾ, ਉਹਦੀ ਸੋਭਾ ਅਸਚਰਜ ਹੈ, ਵਿਸਮਾਦ ਹੈ। ਉਹਦੀ ਵਡਿਆਈ ਵੱਡੀ ਹੈ। ਉਹਦੀ ਦਇਆ ਨਾਲ, ਉਹਦੀ ਕਿਰਪਾ ਨਾਲ ਮੇਰੇ ਸਾਰੇ ਕੰਮ ਰਾਸ ਹੋ ਗਏ ਨੇ। ਕਾਰਜ ਆਇਆ ਰਾਸੇ,
ਇੱਥੇ ਕਾਰਜ ਜਿੰਨੇ ਵੀ ਕੰਮ ਸੀ ਮੇਰੇ, ਉਹ ਸਾਰੇ ਹੀ ਕੰਮ ਸਬਰ ਗਏ ਨੇ, ਰਾਸ ਹੋ ਗਏ ਨੇ। ਮੇਰੇ ਸਾਹਿਬ ਦੀ ਵਡਿਆਈ ਇਤਨੀ ਵੱਡੀ ਹੈ, ਅਚਰਜ ਹੈ ਕਿ ਉਹਦੀ ਵਡਿਆਈ ਕਰਦਿਆਂ ਕਰਦਿਆਂ ਮੇਰੇ ਸਾਰੇ ਹੀ ਕਾਰਜ ਸਿੱਧ ਹੋ ਗਏ ਨੇ, ਸਾਰੇ ਹੀ ਕਾਰਜ ਰਾਸ ਹੋ ਗਏ ਹਨ। ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ, ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਗਿਆ ਉਹਨਾਂ ਦੇ ਸਾਰੇ ਦੁੱਖ ਬਿਨਸ ਜਾਂਦੇ ਨੇ। ਸਗਲੇ ਦੁਖ ਬਿਨਾਸੇ, ਉਹਨਾਂ ਦੇ ਸਾਰੇ ਦੁੱਖ ਬਿਨਾਸ਼ ਹੋ ਗਏ। ਜਨਮ ਮਰਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਸੀ, ਇਹ ਦੁੱਖ ਵੀ ਉਹਨਾਂ ਦਾ ਨਿਰਵਿਰਤ ਹੋ ਗਿਆ। ਐਸੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹਸਤੀ ਨੇ ਸਤਿਗੁਰੂ ਜੀ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਰੂਪ ਵਿੱਚ